गुरु चरणा विखे लवाइए हाजरियाँ, गुरु का बख्शिया फतेह का नारा करिए बुलंद। उपरंत बाणी की विचार नाल जुड़ना करांगे। गज के आखिए जी वाहिगुरु जी का खालसा वाहिगुरु जी की फतेह। माज महला पंजवा। तू पेड़ साख तेरी फूली, तू सूखम हो आय सथोली। तू जल निध तू फेन बुध बुदा, तुद बिन अवर न भालिया जियो। तू जल निध तू फेन बुध बुदा, तुद बिन अवर न भालिया जियो। वाहिगुरु ये पवित्र बचन धन धन साहिब श्री गुरु अर्जन देव महाराज जी के उचारण किए हुए धन धन श्री गुरु ग्रंथ साहिब महाराज जी के पवित्र अंग 102 उपर बख्शिश किते जो आप जी ने सरवण किते। धन धन श्री गुरु अर्जन देव महाराज जी उस परमेश्वर परिपूर्ण परमात्मा के बारे बख्शिश करते हैं कि किस तरह वो परिपूर्ण परमात्मा एक तो अनेक होया, सृष्टि दे विच अपने अनेकां रूप दिखा रहा। पिछे सतगुरु पातशाह जी उस परमेश्वर के प्यारियां की सिफत करते सन जिन्हां ने उन्होंने जानिया। जिन्हां ने उस विच एकमिक होना किया। सतगुरु पातशाह जी कहने से वडभागी जिन तुम जाने, सबके मदे अलिप्त निर्बाणे। साध के संग उन भौजल तरिया, सगल दूत उन साधे जियो। मैनू भी उन्हां दी संगत बख्शो जिन्हां ने तेरे नाल एकमिक होना किया। ते जिहड़े उहदे नाल एकमिक हो गए उन्हां ने फिर की फील किया। सतगुरु पातशाह जी बख्शिश करते हैं माज महला पंजवा। तू पेड़ साख तेरी फूली। पेड़ हुंदा है दरखत, पेड़ा असीं उहदे मुੱਢ ਨੂੰ कह दिंदे हाँ, जिस दे उत्ते टाहणियां टाहणे पत्ते फल फुੱਲ सब लगते हैं। सतगुरु अर्जन देव महाराज जी इस कुदरत नूं देख के, सृष्टि नूं देख के उसकी महिमा करते हुए बख्शिश करते हैं कि किसी वेले तो बिल्कुल सूखम सी। एक पंक्ति आई, तू सूखम हुआ अस्थूली। तू अपने आपे भी समाया होया सी, फिर आपे ही आपकी मर्जी के नाल तू एक कुदरत का पसारा कर लिया। पहला कला ही सी, फिर अपने तो सृष्टि का पसारा कर लिया। जिस तरह एक वचन विच पातशाह लिखते हैं, जुग 36 कीओ गुबारा। 36 युग तो
ਗੁਬਾਰ ਹਨੇਰੇ ਦੇ ਵਿੱਚ ਹੀ ਬੈਠਾ ਰਿਹਾ, ਇਕੱਲਾ ਹੀ ਆਪਣੇ ਆਪੇ ਵਿੱਚ ਸਮਾਇਆ ਰਿਹਾ। ਤੂੰ ਆਪੇ ਜਾਣੈ ਸਿਰਜਣਹਾਰਾ, ਤੇ ਫਿਰ ਸ੍ਰਿਸ਼ਟੀ ਨੂੰ ਬਣਾਉਣ ਲੱਗਿਆ, ਫਿਰ ਤੇਰੀਆਂ ਤੂੰ ਹੀ ਜਾਣਦਾ ਹੈ। ਨਾ ਤੇਰੇ ਉਸ ਸਮੇਂ ਬਾਰੇ ਦੱਸ ਸਕਦੇ ਹਾਂ ਜਦੋਂ ਤੂੰ ਇਕੱਲਾ ਸੀ, ਤੇ ਅੱਜ ਆਪਾਂ ਵਰਤਮਾਨ ਵਿੱਚ ਵੀ ਕੀ ਆਖ ਸਕਦੇ ਹਾਂ। ਕਿਆ ਕੋ ਕਹੈ ਕਿ ਆਖ ਵਖਾਣੈ, ਤੂੰ ਆਪੇ ਕੀਮਤ ਪਾਏਂਦਾ, ਤੂੰ ਆਪਣੇ ਆਪ ਨੂੰ ਆਪ ਹੀ ਜਾਣਦਾ। ਬਾਜੀਗਰ ਇੱਕ ਬਾਜੀ ਪਾਈ, ਸਭ ਖਲਕ ਤਮਾਸੇ ਆਈ। ਬਾਜੀਗਰ ਸਵਾਂਗ ਸਕੇਲਾ, ਆਪਣੇ ਰੰਗ ਰਵੈ ਅਕੇਲਾ। ਇੱਥੇ ਸਤਿਗੁਰਾਂ ਨੇ ਪਰਮੇਸ਼ਰ ਨੂੰ ਇੱਕ ਬਾਜੀਗਰ ਕਿਹਾ। ਜਿਵੇਂ ਬਾਜੀਗਰ ਆਪਣੇ ਅਨੇਕਾਂ ਰੂਪ ਬਦਲਦਾ ਹੈ, ਜਿਵੇਂ ਬਾਜੀਗਰ ਸੰਸਾਰ ਨੂੰ ਬੇਅੰਤ ਖੇਡਾਂ ਵਿਖਾਉਂਦਾ, ਇਸੇ ਤਰ੍ਹਾਂ ਹੀ ਉਹ ਪਰਿਪੂਰਨ ਪਰਮੇਸ਼ਰ ਪਰਮਾਤਮਾ ਜਿਹੜਾ ਹੈ ਸੰਸਾਰ ਨੂੰ ਖੇਡਾਂ ਵਿਖਾਉਂਦਾ। ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ। ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ। ਜਿਵੇਂ ਉਹਦੀ ਮਰਜ਼ੀ ਆ ਉਵੇਂ ਕਰ ਕਰ ਵੇਖੀ ਜਾਂਦਾ। ਕਿਸੇ ਵੇਲੇ ਉਹ ਬੜਾ ਹੀ ਸੂਖਮ ਇੱਕ ਬੀਜ ਦੇ ਰੂਪ 'ਚ ਸੀਗਾ। ਜੇ ਬੋਹੜ ਦੀ ਗੱਲ ਕਰੀਏ, ਬੋਹੜ ਦਾ ਪਸਾਰਾ ਦੇਖੋ ਕਿੰਨਾ ਹੁੰਦਾ, ਅਤੇ ਉਹਦਾ ਜੇ ਬੀਜ ਦੇਖੀਏ ਤਾਂ ਬੋਹੜ ਬਾਟੀ ਜਿਹੜਾ ਉਹਦਾ ਫਲ ਹੈ, ਉਹਦੇ ਵਿੱਚ ਸੈਂਕੜੇ ਹੀ ਬੀਜ ਹੁੰਦੇ ਆ, ਨਿੱਕੇ ਨਿੱਕੇ। ਅਤੇ ਉਹ ਜਿਹੜੇ ਬੀਜ ਹਨ, ਜਦੋਂ ਪਸਾਰਾ ਹੁੰਦਾ, ਜਦੋਂ ਬੀਜ ਉਗੜਦਾ ਹੈ, ਅਤੇ ਫਿਰ ਉਸ ਤੋਂ ਮੁੱਢ ਟਾਹਣੀਆਂ, ਟਾਹਣੇ, ਪੱਤੇ, ਫਿਰ ਅੱਗੇ ਜਾ ਕੇ ਉਹਨੂੰ ਜਿਹੜੇ ਫਲ ਲੱਗਦੇ ਆ ਉਹ ਵੀ ਅਰਬਾਂ ਕਰੋੜਾਂ ਦੀ ਗਿਣਤੀ ਵਿੱਚ ਹੋ ਜਾਂਦੇ ਆ। ਫਿਰ ਉਹ ਬੀਜ ਆਪਣੇ ਆਪ ਤੋਂ ਕਿੰਨੇ ਆਪਣੇ ਵਰਗੇ ਬੀਜ ਤਿਆਰ ਕਰ ਲੈਂਦਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਤੂੰ ਪੇੜ ਸਾਖ ਤੇਰੀ ਫੁੱਲੀ, ਤੂੰ ਸੂਖਮ ਹੋਆ ਅਸਥੂਲੀ। ਤੂੰ ਹੀ ਪੇਡਾ ਹੈ, ਤੂੰ ਹੀ ਟਾਹਣੇ ਹੈ, ਤੂੰ ਹੀ ਟਾਹਣੀਆਂ ਹੈ। ਆ ਅਸਥੂਲ ਰੂਪ ਸ੍ਰਿਸ਼ਟੀ ਦਾ ਤੂੰ ਹੀ ਧਾਰਿਆ ਹੈ। 84 ਲੱਖ ਜੂਨਾਂ ਤਿਆਰ ਕਰਕੇ ਉਹਨਾਂ ਦੇ ਵਿੱਚ ਤੂੰ ਹੀ ਸਮਾਇਆ ਹੋਇਆ ਹੈ। ਇਸ ਕਰਕੇ ਪਾਤਸ਼ਾਹ ਲਿਖਦੇ ਨੇ, ਕੁਦਰਤ ਕਰਕੇ ਵਸਿਆ ਸੋਏ, ਵਕਤ ਵਿਚਾਰੇ ਸੋ ਬੰਦਾ ਹੋਏ। ਕੁਦਰਤ ਨੂੰ ਬਣਾ ਕਰਕੇ ਇਹਦੇ ਵਿੱਚ ਉਹ ਆਪ ਸਮਾਇਆ ਹੋਇਆ ਹੈ। ਸੂਖਮ ਤੋਂ ਅਸਥੂਲ ਹੋਇਆ, ਨਿਰਗੁਣ ਤੋਂ ਸਰਗੁਣ ਹੋਇਆ। ਤੇ ਸਾਰਿਆਂ ਨੂੰ ਬਣਾ ਕੇ ਸਾਰਿਆਂ ਵਿੱਚ ਰਹਿੰਦਾ ਹੋਇਆ ਵੀ ਸਾਰਿਆਂ ਤੋਂ ਨਿਰਲੇਪ ਹੈ। ਇਹ ਵੀ ਗੱਲ ਨਾਲ ਹੈ, ਸਦਾ ਅਲਿਪਤ ਰਹੇ ਗੁਰ ਸ਼ਬਦੀ। ਜਿਵੇਂ ਉਹ ਪਰਮੇਸ਼ਰ ਨਿਰਲੇਪ ਹੈ, ਇਸੇ ਤਰ੍ਹਾਂ ਹੀ ਸਿੱਖ ਨੂੰ ਵੀ ਇਹ ਸਮਝਾਇਆ ਗਿਆ ਕਿ ਸਾਰਿਆਂ ਵਿੱਚ ਰਹਿੰਦਾ ਹੋਇਆ ਇਹਨਾਂ ਤੋਂ ਉੱਚੀ ਉੱਠਣਾ, ਨਿਰਲੇਪ ਹੋਣਾ। ਤੂੰ ਪੇੜ ਸਾਖ ਤੇਰੀ ਫੁੱਲੀ, ਤੂੰ ਸੂਖਮ ਹੋਆ ਅਸਥੂਲੀ। ਤੂੰ ਜਲ ਨੇ, ਤੂੰ ਫੇਣ ਬੁੱਧ ਬੁਧਾ। ਤੂੰ ਹੀ ਪਾਣੀ ਦਾ ਖਜ਼ਾਨਾ ਭਾਵ ਸਮੁੰਦਰ ਹੈ, ਅਤੇ ਤੂੰ ਹੀ ਸਮੁੰਦਰ ਵਿੱਚ ਪੈਦਾ ਹੋਈਆਂ ਲਹਿਰਾਂ। ਲਹਿਰ ਵੀ ਤਾਂ ਪਾਣੀ ਦੀ ਹੁੰਦੀ ਆ। ਤੂੰ ਹੀ ਸਮੁੰਦਰ ਵਿੱਚ ਪੈਦਾ ਹੋਏ ਬੁਲਬੁਲੇ, ਝੱਗ, ਭਾਵ ਸਾਰੇ ਪਾਣੀ ਦੇ ਹੀ ਰੂਪ ਹਨ ਬਦਲੇ ਹੋਏ। ਇਸੇ ਤਰ੍ਹਾਂ ਹੀ ਪਰਮੇਸ਼ਰ ਦੇ ਹੀ ਰੂਪ ਇਹ ਸਾਰੀ ਸ੍ਰਿਸ਼ਟੀ ਹੈ। ਪਰਮੇਸ਼ਰ ਦੇ ਬਦਲੇ ਹੋਏ ਰੂਪ, ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ। ਤਰ੍ਹਾਂ ਤਰ੍ਹਾਂ ਦੇ ਰੰਗਾਂ ਦੀ ਇਹ ਦੁਨੀਆ ਬਣਾਈ ਅਕਾਲ ਪੁਰਖ ਨੇ।
ਤੇ ਇਹਦੇ ਵਿੱਚ ਉਹ ਸਮਾਉਣਾ ਕਰਦਾ ਹੈ। ਪ੍ਰੀਤਮ ਜੀ ਕਹਿੰਦੇ ਤੂੰ ਜਲ ਨੇ ਤੂੰ ਫੇਨ ਬੁਦਬੁਦਾ ਤੁਧ ਬਿਨ ਅਵਰ ਨਾ ਭਾਲੀ ਹੈ ਜੀਓ, ਤੇਰੇ ਤੋਂ ਬਗੈਰ ਦੂਜਾ ਹੋ ਹੀ ਨਹੀਂ ਸਕਦਾ। ਜਦੋਂ ਕਿਸੇ ਨੇ ਜਾਣਨਾ ਕੀਤਾ, ਖੋਜਣਾ ਕੀਤਾ, ਤਾਂ ਅਖੀਰ ਤੇ ਜਾ ਕੇ ਕੀ ਨਿਕਲਿਆ? ਅੰਤ ਕੋ ਚਾਹਣ ਜੋ ਗਏ ਸੇ ਆਏ ਅੰਤ ਗਵਾਏ। ਜਿਨ੍ਹਾਂ ਨੇ ਉਸ ਦੇ ਅੰਤ ਨੂੰ ਪਾਉਣਾ ਕੀਤਾ, ਉਹਨਾਂ ਨੇ ਅਖੀਰ ਇਹੀ ਖੋਜਿਆ ਕਿ ਮੈਂ ਕੁਛ ਵੀ ਨਹੀਂ। ਮਸਕੀਨ ਜੀ ਕਹਿੰਦੇ ਜਾਣ ਜਾਣ ਕੇ ਇਹੀ ਜਾਣਿਆ ਕਿ ਕੁਛ ਵੀ ਜਾਣਿਆ ਨਹੀਂ। ਭਾਵ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ, ਉਸ ਨੂੰ ਫੜਿਆ ਨਹੀਂ ਜਾ ਸਕਦਾ। ਉਸ ਨੂੰ ਫੜਨਾ ਬਹੁਤ ਔਖਾ ਹੈ। ਉਹ ਬਾਜੀਗਰਾਂ ਦੀ ਨਿਆਈ ਅਨੇਕਾਂ ਤਰ੍ਹਾਂ ਦੇ ਸਵਾਂਗ ਧਾਰਦਾ ਹੈ। ਮੈਨੂੰ ਹਰ ਥਾਂ 'ਤੇ ਪਾਤਸ਼ਾਹ ਜੀ, ਪੰਜਵੇਂ ਪਾਤਸ਼ਾਹ ਜੀ ਕਹਿੰਦੇ ਹਨ ਉਹ ਹੀ ਦਿਖਾਈ ਦੇ ਰਿਹਾ। ਦੋਏ ਦੋਏ ਲੋਚਨ ਵੇਖਾਂ, ਕਬੀਰ ਸਾਹਿਬ ਜੀ ਦਾ ਬਚਨ ਵੀ ਇਸੇ ਤਰ੍ਹਾਂ ਦਾ ਹੈ। ਦੋਏ ਦੋਏ ਲੋਚਨ ਪੇਖਾਂ ਹੋ ਹਰ ਬਿਨ ਔਰ ਨਾ ਦੇਖਾਂ, ਨੈਣ ਰਹੇ ਰੰਗ ਲਾਈ ਅਬ ਬੇਗਲ ਕਹਿਣ ਨਾ ਜਾਈ। ਹੁਣ ਮੈਨੂੰ ਦੂਜੀ ਗੱਲ ਆਉਂਦੀ ਹੀ ਨਹੀਂ, ਬੇ ਹੁੰਦਾ ਦੂਜਾ। ਫਾਰਸੀ ਦਾ ਸ਼ਬਦ ਹੈ। ਫਾਰਸ ਦੀ ਇਹ ਜਿਵੇਂ ਆਪਣੇ ਪੰਜਾਬੀ ਦੀ 35 ਅੱਖਰੀ ਹੈ, ਇਸੇ ਤਰ੍ਹਾਂ ਇਹ ਫਾਰਸੀ ਦੀ ਹੈ। ਤੇ ਫਾਰਸੀ ਵਿੱਚ ਕਹਿੰਦੇ ਅਬ ਬੇਗਲ ਅਲਫ ਬੇ ਪੇ ਤੇ ਟੇ ਸੇ। ਇਹ ਫਾਰਸੀ ਦੀ ਹੈ। ਬੇ ਦਾ ਮਤਲਬ ਹੈ ਦੂਸਰਾ ਅੱਖਰ। ਭਾਵ ਮੈਨੂੰ ਹੁਣ ਦੂਜੀ ਗੱਲ ਆਉਂਦੀ ਹੀ ਨਹੀਂ। ਅਬ ਬੇਗਲ ਕਹਿਣ ਨਾ ਜਾਈ। ਉਹ ਪਰਿਪੂਰਨ ਪਰਮੇਸ਼ਰ ਪਰਮਾਤਮਾ ਹਰ ਥਾਂ 'ਤੇ ਵਸਦਾ ਹੈ। ਹਮਰਾ ਭਰਮ ਗਿਆ ਪਉ ਭਾਗਾ, ਜਬ ਰਾਮ ਨਾਮ ਚਿੱਤ ਲਾਗਾ। ਜਦੋਂ ਮੇਰਾ ਮਨ ਉਸ ਪਰਮੇਸ਼ਰ ਨਾਲ ਜੁੜਨਾ ਕੀਤਾ ਤਾਂ ਪਤਾ ਲੱਗਿਆ ਕਿ ਇਹ ਸਭ ਬਾਜੀਗਰ ਆਪਣੀ ਡਫਲੀ ਦੇ ਨਾਲ ਧਰਤੀ ਨੂੰ, ਸ੍ਰਿਸ਼ਟੀ ਨੂੰ ਨਚਾ ਰਿਹਾ ਹੈ। ਆ ਤੁਸੀਂ ਦੇਖਦੇ ਹੋ ਨਾ, ਪਿੰਡਾਂ ਵਿੱਚ ਮੰਦਾਰੀ ਆਉਂਦੇ ਆ, ਬਾਜੀਗਰ ਆਉਂਦੇ ਆ, ਖੇੜਾ ਪਾਉਂਦੇ ਆ, ਉਹਨਾਂ ਕੋਲ ਇੱਕ ਡਮਰੂ ਹੁੰਦਾ ਹੈ। ਜਦੋਂ ਡਮਰੂ ਖੜਕਾਉਂਦਾ ਹੈ ਤੇ ਜਿੰਨੇ ਬੱਚੇ ਹੁੰਦੇ ਆ ਆਵਾਜ਼ ਸੁਣਦੇ ਆ, ਭੱਜ ਕੇ ਗਲੀ 'ਚ ਆ ਜਾਂਦੇ ਆ ਤੇ ਉਸ ਬਾਜੀਗਰ ਦੇ, ਉਸ ਮੰਦਾਰੀ ਦੇ ਆਸੇ ਪਾਸੇ ਇਕੱਠੇ ਹੋ ਜਾਂਦੇ ਆ। ਇਸੇ ਤਰ੍ਹਾਂ ਹੀ ਪਰਮੇਸ਼ਰ ਬਾਜੀਗਰ ਹੈ ਜਿਹੜਾ। ਬਾਜੀਗਰ ਡੰਕ ਵਜਾਈ ਸਭ ਖਲਕ ਤਮਾਸੇ ਆਈ। ਬਾਜੀਗਰ ਨੇ ਆਪਣੀ ਡਫਲੀ ਵਜਾਈ, ਆਪਣੀ ਆਵਾਜ਼ ਕੀਤੀ। ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲੱਖ ਦਰਿਆਓ। ਤੇ ਲੱਖਾਂ ਦੀ ਗਿਣਤੀ ਵਿੱਚ ਇਸ ਜੀਵਾਂ ਨੂੰ ਸਾਜਨਾ ਕੀਤਾ। ਬਾਜੀਗਰ ਡਫਲੀ ਵਜਾਉਂਦਾ, ਖੇਡਾਂ ਵਿਖਾਉਂਦਾ, ਪਰ ਦੁਨੀਆ ਦੇ ਵਿੱਚ ਮਿਕਸ ਨਹੀਂ ਹੁੰਦਾ, ਦੁਨੀਆ ਤੋਂ ਅਲੱਗ ਰਹਿੰਦਾ। ਬਾਜੀਗਰ ਡੰਕ ਵਜਾਈ ਸਭ ਖਲਕ ਤਮਾਸੇ ਆਈ। ਬਾਜੀਗਰ ਸਵਾਂਗ ਸਕੇਲਾ, ਆਪਣੇ ਰੰਗ ਰਵੈ ਅਕੇਲਾ। ਪਰ ਕਹਿਣ ਲੱਗੇ ਬਾਜੀਗਰ ਜਿਹੜਾ ਹੈ ਦੁਨੀਆ ਵਿੱਚ ਵਿਚਰਦਾ ਹੋਇਆ ਵੀ ਅਲੱਗ ਰਹਿੰਦਾ। ਮਾਇਆ ਤੋਂ ਸ੍ਰਿਸ਼ਟੀ ਬਣਾਈ, ਮਾਇਆ ਤੋਂ ਸ੍ਰਿਸ਼ਟੀ ਬਣਾ ਕਰਕੇ ਇਹਦੇ ਵਿੱਚ ਖੇਡਦਾ ਵੀ ਹੈ, ਇਸ ਤੋਂ ਪਾਸੇ ਵੀ ਰਹਿੰਦਾ। ਜਿਨੋਂ ਪਾਈ ਰੰਗ ਰਵਾਈ, ਬੈਠਾ ਵੇਖੈ ਵੱਖ ਅਕੇਲਾ। ਕਥਨੀ ਕਹਿ ਭਰਮ ਨਾ ਜਾਈ। ਕਿੰਨਾ ਵੀ ਦੁਨੀਆ ਨੂੰ ਸਮਝਾ ਦਿਓ ਕਹਿ ਕਹਿ ਕੇ, ਪਰ ਫਿਰ ਵੀ ਮਨੁੱਖ ਦਾ ਜਿਹੜਾ ਭਰਮ ਭੁਲੇਖਾ ਨਿਕਲਣਾ ਬੜਾ ਮੁਸ਼ਕਿਲ ਹੈ, ਕਿਉਂਕਿ ਪਰਮੇਸ਼ਰ ਦੀ ਮਾਇਆ ਹੀ ਇੰਨੀ ਪਈ ਹੋਈ ਆ। ਕਿਤੇ ਨਾ ਕਿਤੇ ਜਾ ਕੇ ਬੰਦਾ ਕਹਿ ਸਕਦਾ, ਕਹਿ ਦਿੰਦਾ ਕਿ ਇਹ ਨਹੀਂ ਜਰ ਹੋ ਸਕਦਾ, ਕਿਉਂਕਿ ਭਰਮ ਹੀ ਐਡਾ ਤਕੜਾ ਮਾਇਆ ਦਾ ਪਾਇਆ ਹੋਇਆ ਸਾਡੀਆਂ
अकल दियाँ अखां ते पर्दा ही ऐसा पाया होया। कथ नहीं कह भरम न जाई, सब कथ कथ रही लुकाई, जां को गुरमुख आप बुझाई। ये तो जिन्हों गुरु समझा देवे उसे नूं समझ आउंदी आ, तां कि हिरदा रहा समाई, उहनूं अपने हिरदे विचों मिल जांदा, फिर उहनूं बाहर भी दिखाई दिंदा। जिवें बाबा भाई कन्हैया जी नूं, जिन्हां नूं हर थां ते दिखाई देन लग्या, जिन्हां नूं दुश्मन विच भी परमेश्वर दिसन लग्या, भगत नामदेव जी जिन्हां नूं कुत्तियां बिल्लियां विचों भी परमात्मा दिखाई देन लग्या। ये तो गुरु कृपा करे तो समझ आउंदी है, वरना ये भड़मदा पड़दा पाड़ना बड़ा औखा। और बरीक इन्ना है तो सख्त इन्ना है जिवें सिल्क का कपड़ा होवे। जिवें सिल्क के कपड़े नूं पाड़ना औखा है ना, इस पड़दे नूं सिल्क का पड़दा कहा सतगुरां ने बाणी विच। सिल्क की रस्सी कहा जिहड़ी तोड़नी औखी है। सतगुरु पातशाह जी कहते हैं कि हे मालका, ये सब कुछ तू ही है। तू पेड़ साख तेरी फूली, तू सूखम होआ अस्थूली, तू जल निध, तू पानी का खजाना है। परमेश्वर भी तू है, सागर भी तू है, ते बुलबुले भी तू है। सागर भी तू है ते लहरां भी तू है। इस करके सतगुरु प्रीतम जी बख्शिश करते हैं, तू फेन बुदबुदा तुद बिन अवर न भालिया जियो, तू सूत मणिया भी तू है। फिर एक होर उदाहरण दिंदे हैं माला दी। कहने माला दे विच धागा हुंदा है, वो भी वो है। ते कई सूत दियां वाला बनिया हुंदियां, गंढा बना के वो मणके भी सूतदे हन। धागा भी सूत दा है, मणके भी सूत दे है। भाव माला दे विच मणि भी तू है, धागा भी तू है। भाव सृष्टि रूपी ये जीव है जिहड़े ये मणके हन, ते तू ही इन्हां दे विच प्राण रूपी धागा पाया होया है। ते तेरे प्राणां दे आसरे ही ये भजे फिरदे आ, जिवें माला विच मणके भजे फिरदे आ। फिरती माला बहु विध भाए, खिंचिया रूप खिंचिया सूत तां आई थाए। जे उन्हां मालकां अपना मणकियां दे विचों कोई धागा खिंच लवे, फिर सारे मणके धरती ते डिग पैंदे आ। इस तरह ही साडा शरीर जिहदे विच परमेश्वर घट घट मैं हरजू रविया होया है, वो प्राण बन के रमिया होया। उन्हें प्राणों का धागा साडे च पाया होया, सुवासां दा धागा। कहंदे सूत भी तू है ते मणि भी तू है, भाव धागा भी तू है ते जीव भी तू है। ये सारे जीव तेरे आसरे तुरे फिरदे है। तू गंठी मेर सुर तू है, ते माला विच मणके तो बहुत हुंदे है, ते एक उहदे विच मेरू हुंदा। एक मणका खास हुंदा, जिथे जाके मणकियां दा अंत हो जांदा, असी माला फेरदे फेरदे उत्थों मुड़ पैने आ। वो मेरू इसे वास्ते लाया है भी इदों गां नहीं टप्पना। इत्थों माला नूं वापस मोड़ो, दूजे पासे दी आओ, दूजे पासे दी फिर मेरू आ जांदा है। मेरू तो फिर असी मुड़ पैने आ वापस, दूजे पासे दी आउणे आ। भाव परमेश्वर तो अगे कुछ भी नहीं है। कहो सतनाम सिंह, परमात्मा तो अगे कुछ भी नहीं है। जिवें माला दा मेरू हुंदा है, इस तरह परमेश्वर श्रोमणी है, मेरू है, सब दे उत्ते है। माला दे धागे भी तू है, माला दे मणके भी तू है, माला दा मेरू भी तू है। तू सूत मणिए भी तू है, तू गंठी मेर सिर तू है।
मेरू भाव सब तो पहला जो सी वो तू है। तैथों बने हुए असी जीव माला दे बन के वो भी तू है। इन्हां जीवां दे विच आत्मा रूपी धागा जिहड़ा परोया है वो भी तू है। आद मद अंत प्रभ सोई अवर न कोई दिखाली है जियो। जद किसी ब्रह्म ज्ञानी नूं समझ आई तो उन्हें फिर इस तरह बयान किया। धन धन श्री गुरु अर्जन देव महाराज जी ने समझाउंदे समझाउंदे इत्थे ब्रह्म ज्ञान की गल कही है कि सारे जीवां दे विच उस दा वासा है, वो आप ही सारे काम कर रहा है। जीव का काम है उसनूं याद करना ते काम सारे उहने करने आ। जिस तरह पातशाह लिखते हैं, मेहरबान सह मेहरबान सह मेरा मेहरबान जी सगल को दे दान। तू काहे डोले प्राणिया तुध राखेगा सिरजनहार। जिन पैदाइश तू किया सोई दे आधार। कर बंदे तू बंदगी जिचर घट मैं साहो। तेरा काम है जिन्ना चिर सवास चलती है बंदगी कर, बाकी काम ओहदा है। कहो सतनाम जिन उपाई रंग रवाई बैठा वेखै वख अकेला। जिसने सृष्टि पैदा की है तरह तरह के रंगां विच पाई है, इनू वेखण वाला भी ओहो ही है। जिमीदार फसल नूं भी देखदा है। जिमीदार खेत भेजे मजदूरां दी रोटी का इंतजाम भी करदा। इस तरह वो परमेश्वर जिस दे असी गुरु प्यारो करिंदे हाँ। ब्रह्मा विष्णु महेश वर्गे ये भी करिंदे ही आ। एका माई जुग तो ब्याई तीन चेले परवान। एक संसारी एक भंडारी एक लाज दीवान। ये जिहड़े तीन तरह के दुनिया ने देवते मन्ने आ, असल विच मनुख दे विच ही है। मनुख ही पैदा करदा, मनुख ही पालदा, मनुख ही मारदा। भाव मनुखां दीयां ही ड्यूटियां लाइयां होईयां। मनुख तो मनुख पैदा भी हुंदे हन अते फिर मनुख प्यो बन के बच्चियां नूं पालदा भी है, परिवार नूं पालदा भी है। जदों परमेश्वर की मर्जी हुंदी है मनुख ना ही मनुख का खात्मा भी करवा दिंदा। जंगां लग जांदियां, वड्डियां 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 बीमारियां फैल जांदियां, करोना वर्गियां, जिवें समय समय ते। ये सब परमेश्वर की खेड है। सतगुरु पातशाह जी कहते महाराज ये सब कुछ तू ही है, होर कोई है ही नहीं। जिवें भाई बेले नूं जो गुरु 10वें पातशाह जी का एक सिख है घोड़ियां की संभाल करन वाला, तड़के तड़के धन धन श्री गुरु गोबिंद सिंह जी महाराज रोजाना श्री आनंदपुर साहिब विखे रहिंदे होए चक्कर लाउंदे आ, सारिआं नूं दर्शन दिंदे आ, मिलदे आ ते चलदे चलदे सैर करदे करदे कित्थे पहुँचदे आ जिथे घोड़ियां दा तवेला है। ते तवेले विच उन्हां घोड़ियां दा एक सेवादार रखिया होया जिसका नाम है भाई बेला। ते भाई बेले कोल जांदे आ, सेवा देख करके उसनूं गले ला लैंदे आ, गलवकड़ी च लैंदे आ, छाती नाल लाउंदे आ, प्यार करदे आ। कुछ चिट कपड़ियां नूं वेलणा नूं हंकार हो गया, ईरखा हो गई भी जद गुरु साहब साडे कोल दी सीधे टप जांदे आ ते ओह जाके लिबड़े तिबड़े जिहनूं गले ला लैंदे आ। ये बेले नूं बाला प्यार करदे आ, अपने कन्नी झाकदे ही नहीं। ते कुछ ईरखालू लोकां ने उस भाई बेले नूं कुट दिता भी इहनूं भजाईए इत्थों कुट के आपां तंग करांगे आपे भाजूगा। ते एक दिन उन्होंने सलाह बना के 3-4 जनियां ने भाई बेले नूं कुटिया, अध मोया करके सिटता। चलो बेले ने पट्टियां पुट्टियां बन लियां बाहां हत्थां दे जिथे सट्टां मारियां सन, ते घोड़ियां की सेवा ते फिर लग्या पिया है। जो दूजे तीजे दिन गुरु साहब ने फिर गेड़ा मारिया, बेले कोल पहुँचे, पट्टियां बन्नियां देखियां, कहने बेले आ की हो गया? कहना जी कुछ नहीं होया।
ਕਹਿੰਦੇ ਨਹੀਂ ਕੁਛ ਤਾਂ ਹੋਇਆ, ਤੇਰੇ ਕੁਝ ਵੱਜਿਆ, ਸੱਟਾਂ ਵੱਜੀਆਂ, ਕਿਹਨੇ ਮਾਰਿਆ ਤੈਨੂੰ? ਕਹਿੰਦਾ ਜੀ ਕਿਸੇ ਨੇ ਨਹੀਂ ਮਾਰਿਆ। ਟੇਢਾ ਜਿਹਾ ਮੂੰਹ ਕਰਕੇ ਕਹਿੰਦਾ ਜੀ ਕਿਸੇ ਨੇ ਨਹੀਂ ਮਾਰਿਆ। ਕਹਿੰਦੇ ਨਹੀਂ ਨਹੀਂ ਦੱਸ ਮੈਨੂੰ ਕਿਹਨੇ ਮਾਰਿਆ, ਮੈਂ ਹੁਣੇ ਪੁੱਛਾਂ ਉਸ ਨੂੰ। ਜੋ 3-4 ਵਾਰੀ ਪਾਤਸ਼ਾਹ ਨੇ ਪੁੱਛਿਆ ਕਿਹਨੇ ਮਾਰਿਆ, ਤੇ ਬੇਲਾ ਕਹਿੰਦਾ ਤੁਸੀਂ ਮਾਰਿਆ, ਹੋਰ ਕੌਣ ਹੈ ਮਾਰਨ ਵਾਲਾ? ਜੋ ਤੁਹਾਡੇ ਹੁਕਮ ਤੋਂ ਬਗੈਰ ਪਤਾ ਨਹੀਂ ਝੁੱਲਦਾ ਤੇ ਫਿਰ ਮੈਨੂੰ ਹੋਰ ਮਾਰਨ ਵਾਲਾ ਕਿਹੜਾ ਜੰਮਿਆ? ਇਹ ਤੁਸੀਂ ਮਾਰਿਆ। ਗੁਰੂ ਸਾਹਿਬ ਕਹਿੰਦੇ ਮੈਂ ਕਿਵੇਂ ਮਾਰਿਆ ਤੈਨੂੰ? ਮੈਂ ਤੈਨੂੰ ਇੰਨਾ ਪਿਆਰ ਕਰਦਾ, ਬਸ ਕਹਿੰਦੇ ਸਭ ਕੁਝ ਤੂੰ ਹੀ ਕਰਨ ਵਾਲਾ, ਪਿਆਰ ਵੀ ਤੂੰ ਕਰਦਾ, ਮਾਰਨ ਵਾਲਾ ਵੀ ਤੂੰ ਹੀ ਹੈ। ਭਾਵ ਕਿ ਬੇਲੇ ਨੇ ਉਹਨਾਂ ਦਾ ਨਾਮ ਨਹੀਂ ਦੱਸਿਆ ਜਿਨ੍ਹਾਂ ਨੇ ਕੁੱਟਿਆ ਸੀ। ਅਖੀਰ ਗੁਰੂ ਸਾਹਿਬ ਜਦੋਂ ਦੀਵਾਨ ਵਿੱਚ ਆਏ, ਭਰੇ ਦੀਵਾਨ ਵਿੱਚ ਬੈਠਦਿਆਂ ਹੀ ਪਹਿਲਾਂ ਹੁਕਮ ਕੀਤਾ ਬਈ ਸਾਡੇ ਉਹ ਸੇਵਾਦਾਰ ਨੂੰ, ਬੇਲੇ ਨੂੰ ਕਿਹਨੇ ਕੁੱਟਿਆ? ਖੜੇ ਹੋ ਜਾਓ। ਜਿਨ੍ਹਾਂ ਨੇ ਭਾਈ ਬੇਲੇ ਨੂੰ ਮਾਰਿਆ ਖੜੇ ਹੋ ਜਾਓ। ਨਾ ਕੋਈ ਖੜਾ ਹੋਇਆ। ਪਾਤਸ਼ਾਹ ਕਹਿੰਦੇ ਫਿਰ ਮੈਂ ਨਾਮ ਲਵਾਂ ਕਿਹਨੇ ਕੁੱਟਿਆ? ਜੋ ਦੂਜੀ ਵਾਰ ਕਿਹਾ ਤੇ ਫਿਰ ਉਹ 3-4 ਖੜੇ ਹੋ ਗਏ, ਹੱਥ ਬੰਨ੍ਹ ਕੇ ਕਹਿੰਦੇ ਜੀ ਗਲਤੀ ਹੋ ਗਈ। ਕਹਿੰਦੇ ਐਂ ਕਿਵੇਂ ਗਲਤੀ ਹੋ ਗਈ? ਕਿਉਂ ਮਾਰਿਆ ਉਸ ਨੂੰ? ਕਹਿੰਦੇ ਜੀ ਮਾफ़ ਕਰ ਦਿਓ। ਕਹਿੰਦੇ ਮਾफ़ੀ ਦੀ ਗੱਲ ਤਾਂ ਫੇਰ ਕਰਾਂਗੇ, ਪਹਿਲਾਂ ਉਹਨੂੰ ਕੁੱਟਿਆ ਕਿਉਂ ਐਂ ਦੱਸੋ। ਉਹ ਕਹਿਣ ਲੱਗੇ ਤੁਸੀਂ ਰੋਜ਼ ਤੜਕੇ ਤੜਕੇ ਜਦੋਂ ਰਾਊਂਡ ਲਾਉਣੇ ਹੋ, ਸ਼ੈਰ ਕਰਦੇ ਕਰਦੇ ਸਾਡੇ ਕੋਲ ਦੀ ਸਿੱਧੇ ਟੱਪ ਜਾਂਦੇ ਹੋ, ਤੇ ਉਹ ਲਿਬੜੇ ਜੇ ਬੇਲੇ ਨੂੰ ਜਿਹੜਾ ਘੋੜਿਆਂ ਨੂੰ ਨਵਾਉਂਦਾ ਹੋਇਆ ਪਾਣੀ ਪੂਣੀ ਨਾਲ ਭਿੱਜੇ ਹੁੰਦੇ ਆ ਕੱਪੜੇ, ਉਹਨੂੰ ਜਾ ਕੇ ਗਲੇ ਲਾ ਲੈਂਦੇ ਹੋ। ਤੇ ਸਾਡੇ ਮਨ ਵਿੱਚ ਉਹਦੇ ਪ੍ਰਤੀ ਈਰਖਾ ਪੈਦਾ ਹੋ ਗਈ ਬਈ ਇਹਨੂੰ ਇੱਥੋਂ ਭਜਾਈਏ, ਫਿਰ ਗੁਰੂ ਸਾਹਿਬ ਆਪਣੇ ਕਨੀ ਝਾਕਣਗੇ ਤੇ ਅਸੀਂ ਕੁੱਟਤਾ ਮਹਾਰਾਜ ਭਜਾਉਣ ਵਾਸਤੇ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਤੁਹਾਨੂੰ ਪਤਾ ਉਹ ਸੇਵਾ ਕਿੰਨੀ ਕਰਦਾ, ਗਲੇ ਕਿਉਂ ਲੱਗਦਾ ਮੇਰੇ? ਉਹ ਪ੍ਰੀਤਮ ਦਾ ਬਚਨ ਹੈ ਬਾਣੀ ਚੋਂ, ਪ੍ਰਭ ਮੋਹਿ ਕਬ ਗਲ ਲਾਵੋਗੇ, ਹਉ ਤੁਮਰੀ ਕਰੋ ਨਿਤਿਆਸ, ਪ੍ਰਭ ਮੋਹਿ ਕਬ ਗਲ ਲਾਵੋਗੇ। ਉਹ ਕਹਿੰਦੇ 24 ਘੰਟੇ ਦਿਨ ਰਾਤ ਘੋੜਿਆਂ ਦੀ ਸੇਵਾ 'ਚ ਲੱਗਿਆ ਰਹਿੰਦਾ, ਤੇ ਤੁਸੀਂ ਘੰਟਾ 2 ਘੰਟੇ ਕਥਾ ਕੀਰਤਨ ਕਰਕੇ ਬਾਣੀ ਪੜ੍ਹ ਕੇ ਸੌਂ ਜਾਂਦੇ ਹੋ, ਫਿਰ 4-4 ਘੰਟੇ ਵੀ ਯਾਰ ਹੁਣ ਤਾਂ ਥੱਕ ਗਏ ਸੌਂ ਜਾਈਏ। ਕਿ ਉਹ 24 ਘੰਟੇ ਸੇਵਾ 'ਚ ਲੱਗਿਆ ਰਹਿੰਦਾ, ਘੋੜਿਆਂ ਦੇ ਕੋਲ ਹੀ ਸੌਂਦਾ, ਉਹਨਾਂ ਦੀ ਸੇਵਾ ਕਰਦਾ। ਜਦ ਕੋਈ ਘੋੜੇ 'ਤੇ ਅਸੀਂ ਬਾਹਰੋਂ ਆਉਣੇ ਆ ਤੇ ਉਹਨਾਂ ਘੋੜਿਆਂ ਦੀ ਮੁੱਠੀ ਚਾਪੀ ਕਰਦਾ ਹੋਇਆ ਕਹਿੰਦਾ ਆਓ ਮੇਰੇ ਮਾਲਕ ਦੇ ਘੋੜੇ, ਤੂੰ ਸਤਿਗੁਰ ਦੀ ਸੇਵਾ ਕਰਕੇ ਆਇਆ, ਮੈਂ ਤੇਰੀ ਸੇਵਾ ਕਰਦੇ ਹਾਂ। ਇਸ ਕਰਕੇ ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਇਓ। ਜਿਨ੍ਹਾਂ ਨੇ ਉਸ ਮਾਲਕ ਦੇ ਨਾਲ ਪ੍ਰੇਮ ਕੀਤਾ ਉਹੀ ਮਾਲਕ ਦੇ ਗਲੇ ਲੱਗਦੇ ਆ। ਇਹ ਪ੍ਰੇਮ ਦੀ ਖੇਡ ਹੈ, ਸਿਆਣਪਾਂ ਦੀ ਖੇਡ ਨਹੀਂ ਹੈ। ਇਸ ਕਰਕੇ ਗੁਰੂ ਪਿਆਰਿਓ, ਉਹ ਪਰਿਪੂਰਨ ਪਰਮੇਸ਼ਰ ਪਰਮਾਤਮਾ ਹਰ ਥਾਂ 'ਤੇ ਵਸਦਾ ਹੈ। ਉਹ ਭਾਈ ਬੇਲੇ ਦੀ ਇਹ ਸਾਖੀ ਦੇ ਵਿੱਚੋਂ ਵੀ ਸਮਝ ਆਈ। ਸਤਿਗੁਰੂ ਪਾਤਸ਼ਾਹ ਪੰਜਵੇਂ ਸਤਿਗੁਰੂ ਕਹਿੰਦੇ ਹਰ ਮਹਾਰਾਜ ਹਰ ਥਾਂ 'ਤੇ ਤੂੰ ਹੈ, ਤੂੰ ਹੀ ਦੁਨੀਆ ਵਿੱਚ ਤਾਣਾ ਪੇਟਾ ਬਣ ਕੇ ਰਮਿਆ ਹੋਇਆ ਹੈ। ਇਹ ਜੀਵ ਹੈ ਤੇ ਤੂੰ ਇਹਨਾਂ ਵਿੱਚ ਆਤਮਾ ਤੇ ਪਰਮਾਤਮਾ ਤੂੰ ਹੀ ਹੈ। ਭਗਤਾਂ ਦੇ ਨਾਲ ਤਾਣੇ ਪੇਟੇ ਦੀ ਨਿਆਈ ਵਿਚਰਦਾ ਹੈ, ਬਣਦਾ ਹੈ। ਤੂੰ ਸੋਤ ਮਣੀਏ ਵੀ ਤੂੰ ਹੈ, ਸੋਤ ਵੀ ਤੂੰ ਹੈ, ਮਣੀ ਭਾਵ ਮਣਕਾ ਵੀ ਤੂੰ ਹੈ, ਗੰਠੀ ਮੇਟ ਸਿਰ ਤੂੰ ਹੈ। ਸੂਤ ਦੀਆਂ ਮਾਲਾਂ ਵਿੱਚ ਗੰਢਾਂ ਪਾਈਆਂ ਹੁੰਦੀਆਂ ਉਹ ਵੀ ਤੂੰ ਹੈ, ਮੇਰੂ ਵਾਲਾ ਮਣਕਾ ਵੀ ਤੂੰ ਹੈ। ਆਦ ਮਧ ਅੰਤ ਪ੍ਰਭ ਸੋਈ, ਸਭ ਤੋਂ ਪਹਿਲਾਂ ਤੂੰ ਸੀ, ਆਦ ਸੱਚ, ਫਿਰ ਦੁਨੀਆ ਬਣਾਈ। ਯੁੱਗਾਂ ਦੇ ਵਿੱਚ 4 ਯੁੱਗ ਬਤੀਤ ਹੋਏ, 36 ਯੁੱਗ ਬਤੀਤ ਹੋਏ। ਤੂੰ ਇਕੱਲਾ ਹੀ ਬੈਠਾ ਸੀ, ਅਰਬਦ ਨਰਬਦ ਧੁੰਦੂ ਕਾਰਾ, ਧਨ ਨਾ ਗਗਨਾ ਹੁਕਮ ਪਾਰਾ। ਨਾ ਦਿਨ ਰੈਣ ਨਾ ਚੰਦ ਨਾ ਸੂਰਜ, ਸੁਨ ਸਮਾਧ ਲਗਾਏਂਦਾ। ਤੂੰ ਇਕੱਲਾ ਹੀ ਬੈਠਾ ਸੀ ਉਸ ਵੇਲੇ,
ਪਾਤਸ਼ਾਹ ਜੀ ਕਹਿੰਦੇ ਉਦੋਂ ਵੀ ਤੂੰ ਇਕੱਲਾ ਸੀ, ਉਦੋਂ ਵੀ ਤੂੰ ਸੀ, ਤੇ ਜਿਸ ਵੇਲੇ ਤੂੰ ਇਹ ਸ੍ਰਿਸ਼ਟੀ ਬਣਾ ਲਈ ਫਿਰ ਵੀ ਤੂੰ ਬਣ ਗਿਆ। ਅਰਬਦ ਨਰਬ ਧੁੰਦੂ ਕਰ, ਧਰਨ ਗਗਨਾ ਹੁਕਮ ਅਪਾਰਾ। ਸਾਰੀ ਸ੍ਰਿਸ਼ਟੀ ਜਿਹੜੀ ਹੈ, ਜਦੋਂ ਧਰਤੀ ਆਕਾਸ਼ ਕੁਛ ਵੀ ਨਹੀਂ ਸੀਗਾ ਉਦੋਂ ਵੀ ਤੂੰ ਸੀ। ਨਾ ਦਿਨ ਰਹਿ ਨਾ ਚੰਦ ਨਾ ਸੂਰਜ, ਸੁਨ ਸਮਾਧ ਲਗਾਏਂਦਾ। ਨਾ ਦਿਨ ਸੀ ਨਾ ਰਾਤ ਸੀ ਨਾ ਚੰਦ ਸੂਰਜ ਸੀ, ਤੂੰ ਆਪਣੇ ਆਪੇ ਵਿੱਚ ਸਮਾਇਆ ਹੋਇਆ ਸੀ। ਖਾਣੀ ਨਾ ਬਾਣੀ ਪਾਉਣ ਨਾ ਪਾਣੀ, ਉਬਤ ਖਪਤ ਨਾ ਆਵਣ ਜਾਣੀ। ਆਦਿ ਸਭ ਤੋਂ ਪਹਿਲਾਂ ਤੂੰ ਸੀ। ਖੰਡ ਪਤਾਲ ਸਪਤਨੀ ਸਾਗਰ, ਨਦੀ ਨਾ ਨੀਰ ਬਹਾਏਂਦਾ। ਜਦੋਂ ਇਹ ਕੁਛ ਵੀ ਨਹੀਂ ਸੀਗਾ ਉਦੋਂ ਵੀ ਤੂੰ ਸੀ। ਤੇ ਫਿਰ ਕੀ ਹੋਇਆ? ਮੱਧ ਉਹਨੇ ਆਪਣੇ ਆਪ ਤੋਂ ਸਾਨੂੰ ਸਭ ਨੂੰ ਪੈਦਾ ਕੀਤਾ। ਕੀਤਾ ਬਸਾਓ ਏਕੋ ਕਵਾਓ, ਤਿਸਤੇ ਹੋਏ ਲੱਖ ਦਰਿਆਓ। ਆਪੇ ਆਪ ਉਪਾਏ ਨਿਰਾਲਾ, ਉਹਨੇ ਆਪਣੇ ਆਪ ਤੋਂ ਆਪਣੇ ਆਪ ਨੂੰ ਪੈਦਾ ਕੀਤਾ, ਪ੍ਰਗਟ ਕੀਤਾ। ਭਾਵ ਸਲਾਹ ਬਣਾਈ, ਬੈਠੇ ਬੈਠੇ ਫੁਰਨਾ ਬਣਿਆ, ਮੇਰੇ ਵਰਗੇ ਹੋਰ ਵੀ ਹੋਣ। ਆਵਾਜ਼ ਆਈ ਹੋ ਜਾ, ਬਸ ਉਸ ਨੇ ਫੁਰਨਾ ਬਣਾਇਆ, ਆਵਾਜ਼ਾਂ ਕੀਤਾ ਤੇ ਦੁਨੀਆ ਬਣਨੀ ਸ਼ੁਰੂ ਹੋ ਗਈ। ਜਦੋਂ ਕਿਹਾ ਹੋ ਜਾ ਤੇ ਹਵਾ ਪੈਦਾ ਹੋਈ, ਹਵਾ ਤੋਂ ਪਾਣੀ ਬਣਿਆ ਤੇ ਪਾਣੀ ਤੋਂ ਆਪਾਂ ਸਾਰੇ ਬਣੇ। ਕੀ ਕਹਿੰਦੇ ਪਾਤਸ਼ਾਹ? ਹੋ ਜਾ, ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲੱਖ ਦਰਿਆਓ। ਮੱਧ ਆਦਿ ਸੱਚ ਜੁਗਾਦ ਸੱਚ, ਜੁਗਾਂ ਦੇ ਵਿੱਚ ਵੀ ਤੂੰ ਸੀ। ਹੈ ਕਿ ਸੱਚ ਅੱਜ ਵੀ ਤੂੰ ਹੈ। ਕੱਲ ਨੂੰ ਦੁਨੀਆ ਖਤਮ ਹੋ ਜਾਵੇ ਪਰ ਤੂੰ ਫਿਰ ਵੀ ਹੋਵੇਂਗਾ। ਨਾਨਕ ਹੋਸੇ ਵੀ ਸੱਚ, ਤੂੰ ਫਿਰ ਵੀ ਰਹੇਗਾ। ਤਾਂ ਆਦ ਮੱਧ ਅੰਤ ਪ੍ਰਭ ਸੋਈ, ਅਵਰ ਨ ਕੋਏ ਦਿਖਾਲੀ ਹੈ ਜੀਓ। ਫਿਰ ਆਪਣੇ ਆਪ ਤੋਂ ਦੁਨੀਆ ਬਣਾਈ ਤੂੰ, ਆਪੇ ਆਪ ਉਪਾਏ ਨਿਰਾਲਾ। ਸਾਚਾ ਥਾਨ ਕੀਓ ਦਇਆਲਾ। ਜਿਵੇਂ ਸਮੁੰਦਰ ਵਿੱਚ ਲਹਿਰਾਂ ਪੈਦਾ ਕਰਦਾ, ਲਹਿਰਾਂ ਖਤਮ ਕਰ ਦਿੰਦਾ। ਸਮੁੰਦਰ ਵਿੱਚ ਬੁਲਬੁਲੇ ਪੈਦਾ ਕਰਦਾ, ਬੁਲਬੁਲੇ ਖਤਮ ਕਰ ਦਿੰਦਾ। ਉਵੇਂ ਆਪਾਂ ਨੂੰ ਪੈਦਾ ਕਰਦਾ ਤੇ ਖਤਮ ਕਰ ਦਿੰਦਾ। ਆਪਣੀ ਔਕਾਤ ਪਾਣੀ ਦੇ ਬੁਲਬੁਲੇ ਤੋਂ ਵੱਧ ਨਹੀਂ। ਸੋਚਦੇ ਆਪਾਂ ਵੀ ਸਾਡੀ ਉਮਰ 100 ਸਾਲ ਦੀ ਆ, ਪਰ ਇਹ ਪਾਣੀ ਦੇ ਬੁਲਬੁਲੇ ਦੀ ਨਿਆਈ ਆ। ਕਦੇ ਵੀ ਹਵਾ ਜੀ ਨਿਕਲ ਸਕਦੀ ਹੈ ਇਹਦੇ ਵਿੱਚੋਂ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਵਾਹ ਮਹਾਰਾਜ, ਇਹ ਸਾਰੀਆਂ ਤੇਰੀਆਂ ਖੇਡਾਂ। ਆਪੇ ਆਪ ਉਪਾਏ ਨਿਰਾਲਾ, ਸਾਚਾ ਥਾਨ ਕੀਓ ਦਇਆਲਾ। ਪੌਣ ਪਾਣੀ ਅਗਨੀ ਕਾ ਬੰਧਨ, ਕਾਇਆ ਕੋਟ ਰਚਾਏਂਦਾ। ਫਿਰ ਤੂੰ ਆਪਣੇ ਵਿੱਚੋਂ ਹੀ ਹਵਾ ਪੈਦਾ ਕੀਤੀ, ਹਵਾ ਤੋਂ ਪਾਣੀ ਪੈਦਾ ਕੀਤਾ ਤੇ ਪਾਣੀ ਦੇ ਵਿੱਚੋਂ ਹੀ ਅੱਗ ਪੈਦਾ ਕਰ ਲਈ। ਤਿੰਨੇ ਤੱਤ ਪੈਦਾ ਕੀਤੇ, ਜਿਹਨੂੰ ਕਹਿੰਦੇ ਆ ਕੀਤਾ ਬਸਾਓ ਏਕੋ ਕਵਾਓ, ਤਿਸਤੇ ਹੋਏ ਲੱਖ ਦਰਿਆਓ। ਉਸ ਪਰਮੇਸ਼ਰ ਤੋਂ ਇਹ ਸ੍ਰਿਸ਼ਟੀ ਬਣੀ। ਸਾਚੇ ਤੇ ਪਵਨਾ ਪਿਆ, ਪਵਨਾ ਤੇ ਜਲ ਹੋਏ, ਜਲ ਤੇ ਤ੍ਰੈ ਭਵਨ ਸਾਜਿਆ, ਘਟ ਘਟ ਜੋਤ ਸਮੋਏ। ਪਾਣੀ ਤੋਂ ਫਿਰ ਇਹ ਸਾਰੀ ਸ੍ਰਿਸ਼ਟੀ ਬਣਾਉਣੀ ਸ਼ੁਰੂ ਕੀਤੀ। ਹਵਾ ਤੋਂ ਪਾਣੀ ਤੇ ਪਾਣੀ ਤੋਂ ਆਪਾਂ ਸਾਰੇ, ਤੇ ਵਿੱਚ ਉਸ ਦੇ ਅੱਗ ਰੱਖ ਦਿੱਤੀ ਸਾਰਿਆਂ ਦੇ। ਅੱਗ ਸਾਰਿਆਂ ਵਿੱਚ ਹੈ। ਮੱਖੀ ਮੱਛਰ ਕੀੜੀ ਜਨੌਰ ਪਸ਼ੂ ਪੰਛੀ ਮਨੁੱਖ ਸਾਰਿਆਂ ਵਿੱਚ ਉਹਨੇ ਅੱਗ ਰੱਖੀ ਹੋਈ ਆ। ਕੋਈ ਸਤਨਾਮ, ਅੱਗ ਦੇ ਨਾਲ ਹੀ ਭੱਜੇ ਫਿਰਦੇ ਆ, ਅੱਗ ਨਾਲ ਹੀ ਰੋਟੀ ਪਚਦੀ ਆ। ਕਈ ਤਰ੍ਹਾਂ ਦੀ ਅੱਗ ਹੈ ਸਾਡੇ ਵਿੱਚ। ਪੌਣ ਪਾਣੀ ਅਗਨੀ ਕਾ ਬੰਧਨ, ਕਾਇਆ ਕੋਟ ਰਚਾਏਂਦਾ। ਇਹਨਾਂ ਤਿੰਨਾਂ ਤੱਤਾਂ ਨੂੰ ਬੰਨ੍ਹ ਕੇ ਸਾਡਾ ਸਰੀਰ ਬਣਾ ਲਿਆ ਤੇ ਸਰੀਰ ਦੇ ਵਿੱਚ ਫਿਰ ਇੰਦਰੀਆਂ ਬਣਾਈਆਂ। 9 ਘਰ ਥਾਪੇ ਥਾਪਣ ਹਾਰੇ, ਆ 9 ਦੁਆਰੇ ਬਾਹਰ ਨੂੰ ਖੋਲ੍ਹਤੇ। 10ਵੇਂ ਵਾਸਾ ਲੱਖ ਪਾਰੇ, 10ਵੇਂ ਵਿੱਚ ਆਪ ਬਹਿ ਗਿਆ। ਸਾਇਰ ਸਬਤ ਭਰੇ ਜਲ ਨਿਰਮਲ, ਗੁਰਮੁਖ ਮੈਲ ਨਾ ਲਾਏਂਦਾ। ਜਿਨ੍ਹਾਂ ਨੂੰ ਸਮਝ ਆ ਗਈ
ਉਹਦੇ ਨਾਲ ਜੁੜ ਕੇ ਪਵਿੱਤਰ ਰਹਿੰਦੇ ਆ। ਜਿਨ੍ਹਾਂ ਨੂੰ ਨਹੀਂ ਸਮਝ ਆਈ ਉਹ ਗੰਦੇ ਹੋ ਜਾਂਦੇ ਆ। ਇਸ ਕਰਕੇ ਸਾਰਿਆਂ ਵਿੱਚ ਤੇਰਾ ਹੀ ਵਾਸਾ ਹੈ। ਆਦ ਮਦ ਅੰਤ ਪ੍ਰਭ ਸੋਈ ਅਵਰ ਨ ਕੋਇ ਦਖਾਲੀ ਹੈ ਜੀਓ ਤੋ ਨਿਰਗੁਣ ਸਰਗੁਣ ਸੁਖ ਦਾਤਾ। ਪਹਿਲਾਂ ਤੂੰ ਨਿਰਗੁਣ ਸੀ, ਸੂਖਮ ਸੀਗਾ ਜਦੋਂ ਕੁਛ ਵੀ ਨਹੀਂ ਸੀਗਾ, ਤੇ ਫਿਰ ਤੂੰ ਆਪਣੇ ਆਪ ਤੋਂ ਸ੍ਰਿਸ਼ਟੀ ਬਣਾਈ। ਸ੍ਰਿਸ਼ਟੀ ਬਣਾ ਕਰਕੇ ਫਿਰ ਸੁਨ ਕਲਾ ਅਪਰੰਪਰ ਧਾਰੀ ਆਪ ਨਿਰਾਲਮ ਅਪਰ ਅਪਾਰੀ। ਸੁਨ ਕਲਾ ਵਿੱਚ ਬੈਠਾ ਬੈਠਾ ਉਹਦੇ ਵਿੱਚੋਂ ਕੁਦਰਤ ਬਣਾਉਣ ਲੱਗਿਆ। ਆਪੇ ਕੁਦਰਤ ਕਰ ਕਰ ਵੇਖਿਆ ਸੁਨੋ ਸੁਨ ਉਪਾਏ ਦਾ। ਕੁਦਰਤ ਨੂੰ ਬਣਾ ਕੇ ਫਿਰ ਜੀਵਾਂ ਨੂੰ ਬਿਠਾ ਕੇ ਉਹਨਾਂ ਨੂੰ ਫਿਰ ਸੁਨ ਵਿੱਚ ਬਿਠਾ ਦਿੱਤਾ। ਇਸ ਤਰ੍ਹਾਂ ਉਹ ਪਰਮੇਸ਼ਰ ਦੀ ਮਹਿਮਾ ਕਰਦੇ ਹਨ। ਤੋ ਨਿਰਗੁਣ ਸਰਗੁਣ ਸੁਖ ਦਾਤਾ। ਉਹ ਨਿਰਗੁਣ ਸੀ ਤੇ ਨਾਨਕ ਬਣ ਕੇ ਆ ਗਿਆ। ਆਪ ਨਰੈਣ ਕਲਾ ਧਾਰ ਜਗ ਮੈਂ ਪਰਵਰਿਓ। ਇਹ ਕਲਾ ਧਾਰੀ ਸੁਨ ਕਲਾ, ਸੁਨ ਕਲਾ ਦੇ ਵਿੱਚੋਂ ਨਿਕਲਿਆ ਤੇ ਨਾਨਕ ਬਣ ਗਿਆ। ਨਿਰਗੁਣ ਤੋਂ ਸਰਗੁਣ ਬਣ ਗਿਆ ਤੇ ਨਾਨਕ ਬਣ ਕੇ ਫਿਰ ਉਸ ਨਿਰਗੁਣ ਬਾਰੇ ਸਮਝਾਉਣ ਲੱਗਿਆ। ਸਰਗੁਣ ਬਣ ਕੇ ਨਿਰਗੁਣ ਬਾਰੇ ਸਮਝਾਉਣ ਲੱਗਿਆ। ਭਾਵ ਗੁਰੂ ਬਣ ਕੇ ਪਰਮੇਸ਼ਰ ਬਾਰੇ ਸਮਝਾਉਣ ਲੱਗਿਆ। ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਫਿਰ ਜਾਪ। ਨਿਰਗੁਣ ਤੋਂ ਸਰਗੁਣ ਬਣ ਗਿਆ। ਸਰਗੁਣ ਬਣ ਕੇ ਫਿਰ ਸਮਝਾਉਣ ਲੱਗਿਆ। ਸ਼ਬਦ ਉਚਾਰੇ, ਬਾਣੀ ਉਚਾਰੀ। ਫਿਰ ਬਾਣੀ ਨੂੰ ਉਸਨੇ ਪਰਮੇਸ਼ਰ ਦਾ ਰੂਪ ਦੱਸਿਆ, ਕਿਉਂਕਿ ਬਾਣੀ ਵਿੱਚੋਂ ਹੀ ਸੋਝੀ ਆਵੇਗੀ। ਜਿਹਨੇ ਰੱਬ ਨੂੰ ਪਾਉਣਾ ਹੈ ਬਾਣੀ ਨਾਲ ਜੁੜਨਾ ਕਰੋ। ਤਾਂ ਮੇਰੇ ਪ੍ਰੀਤਮ ਜੀ ਕਹਿੰਦੇ ਤੋ ਨਿਰਗੁਣ ਸਰਗੁਣ ਸੁਖ ਦਾਤਾ ਤੋ ਨਿਰਵਾਨ ਰਸੀਆ ਰੰਗ ਰਾਤਾ। ਤੋ ਨਿਰਗੁਣ ਸੀ ਫਿਰ ਸਰਗੁਣ ਹੋ ਗਿਆ। ਸਰਗੁਣ ਹੋ ਕੇ ਸ੍ਰਿਸ਼ਟੀ ਬਣਾਈ। ਅਨੇਕਾਂ ਤਰ੍ਹਾਂ ਦੇ ਸੁੱਖ ਸਹੂਲਤਾਂ ਪੈਦਾ ਕਰਤੀਆਂ ਜੀਵਾਂ ਦੇ ਲਈ। ਪਰ ਤੂੰ ਇਹਨਾਂ ਸੁੱਖ ਸਹੂਲਤਾਂ ਤੋਂ ਪਰੇ ਰਹਿਣਾ। ਭਾਵ ਤੂੰ ਇਹਨਾਂ ਵਿੱਚ ਨਹੀਂ ਉਲਝਦਾ। ਤੂੰ ਇਹਨਾਂ ਰਸਾਂ ਕਸਾਂ ਸਵਾਦਾਂ ਤੋਂ ਪਰੇ ਹੈ। ਪਰ ਦੁਨੀਆ ਵਿੱਚ ਤਰ੍ਹਾਂ ਤਰ੍ਹਾਂ ਦੇ ਸਵਾਦ ਬਣਾਤੇ। ਜੇ ਤੀਜੇ ਪਾਤਸ਼ਾਹ ਜੀ ਦੀ ਗੱਲ ਕਰੀਏ ਤੇ ਉਹਨਾਂ ਦੇ ਸਮੇਂ ਵੀ ਲੰਗਰ 36 ਪ੍ਰਕਾਰ ਦੇ ਭੋਜਨ ਬਣਦੇ ਸੀ। ਪਰ ਉਹਨਾਂ ਦਾ ਆਪਣਾ ਜਿਹੜਾ ਛਕਣ ਵਾਲਾ ਲੰਗਰ ਸੀਗਾ ਉਹ ਅਲੂਣਾ ਦਲੀਆ ਕਉ ਸਤਨਾਮ ਸੀ। ਭਾਵ ਤੂੰ ਸਾਰੇ ਸਵਾਦ ਬਣਾ ਕੇ ਦੁਨੀਆ ਭਰ ਦੇ ਰਸ ਕਸ ਬਣਾ ਕੇ ਇਹਨਾਂ ਦੇ ਵਿੱਚ ਰਹਿੰਦਾ ਹੋਇਆ ਇਹਨਾਂ ਤੋਂ ਨਿਰਲੇਪ ਹੈ। ਨਮੋ ਸਰਬ ਰੋਗੇ ਨਮੋ ਸਰਬ ਜੋਗੇ ਨਮੋ ਸਰਬ ਭੋਗੇ ਨਮੋ ਸਰਬ ਕਰਤਾ ਨਮੋ ਸਰਬ ਹਰਤਾ। ਭਾਵ ਪਰਮੇਸ਼ਰ ਦੇ ਅਨੇਕਾਂ ਰੂਪਾਂ ਨੂੰ ਜਾਪ ਸਾਹਿਬ ਦੇ ਵਿੱਚ ਵੀ ਬਿਆਨ ਕੀਤਾ। ਜੋਗੀ ਵੀ ਤੂੰ ਹੈ, ਨਿਰਲੇਪ ਤੂੰ ਹੈ, ਭੋਗੀ ਗ੍ਰਸਤੀ ਵੀ ਤੂੰ ਹੈ। ਇਸ ਕਰਕੇ ਤੂੰ ਨਿਰਗੁਣ ਸਰਗੁਣ ਸੁਖ ਦਾਤਾ। ਤੂੰ ਨਿਰਵਾਣ, ਨਿਰਵਾਣ ਨਿਰਲੇਪ ਰਹਿਣ ਵਾਲਾ, ਰਸੀਆ ਰਸ ਲੈਣ ਵਾਲਾ, ਰੰਗ ਰਾਤਾ ਅਨੇਕਾਂ ਰੰਗਾਂ ਦੇ ਵਿੱਚ ਤੂੰ ਰੰਗਿਆ ਹੋਇਆ ਹੈ। ਆਪਣੇ ਕਰਤੱਵ ਆਪੇ ਜਾਣ ਹੈ। ਆਪਣਿਆਂ ਕੰਮਾਂ ਨੂੰ ਤੂੰ ਆਪ ਹੀ ਜਾਣਦਾ ਹੈ। ਆਪੇ ਤੁਝ ਸੰਭਾਲੀਆ ਜੀਓ। ਤੂੰ ਆਪ ਹੀ ਆਪਣੇ ਆਪ ਨੂੰ ਜਾਣਦਾ ਹੈ ਤੇ ਆਪੇ ਹੀ ਸੰਭਾਲਦਾ ਹੈ। ਭਾਵ ਆਪਣਾ ਖਿਆਲ ਆਪ ਹੀ ਰੱਖਣ ਵਾਲਾ। ਤੇਰਾ ਕੋਈ ਮਾਂ ਪਿਓ ਵੀ ਨਹੀਂ ਹੈ। ਪਰਮੇਸ਼ਰ ਜੋ ਹੈ ਉਸ ਦੀ ਮਹਿਮਾ ਕਰ ਰਹੇ ਨੇ। ਤਾਤ ਮਾਤ ਉਹਦਾ ਮਾਤਾ ਪਿਤਾ ਵੀ ਕੋਈ ਨਹੀਂ ਹੈ। ਚੱਕਰ ਚਿਹਨੀ ਅਰ ਵਰਨ ਜਾਤ ਅਰ ਪਾਤ ਨਾਇਨ ਜੇ ਰੂਪ ਰੰਗ ਅਰ ਰੇਖ ਪੇ ਕਉ ਕਹਿ ਨਾ ਸਕਤ ਕਹੇ। ਐਸਾ ਉਹ ਪਰਮੇਸ਼ਰ ਆਪਣੇ ਆਪ ਨੂੰ ਆਪੇ ਹੀ ਸੰਭਾਲਣ ਵਾਲਾ ਹੈ। ਤੂੰ ਠਾਕੁਰ ਸੇਵਕ ਫੁਣ ਆਪੇ। ਠਾਕਰ ਵੀ ਤੂੰ ਹੈ, ਸੇਵਕ ਵੀ ਤੂੰ ਹੈ। ਤੇ ਇਸ ਗੱਲ ਨੂੰ ਸਤਿਗੁਰਾਂ ਨੇ ਪ੍ਰੈਕਟੀਕਲ ਕੀਤਾ ਵਿਸਾਖੀ ਦੇ ਦਿਹਾੜੇ 'ਤੇ, ਜਿਸ ਵੇਲੇ ਉਹਨਾਂ ਨੇ ਅੰਮ੍ਰਿਤ ਦੀ ਦਾਤ ਤਿਆਰ ਕਰਕੇ ਪੰਜਾਂ ਪਿਆਰਿਆਂ ਨੂੰ ਛਕਾਈ। ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਦੀ ਦਾਤ ਦੇਣ ਤੋਂ ਬਾਅਦ ਜਿਸ ਵੇਲੇ ਉਹਨਾਂ ਨੇ ਉਹਨਾਂ ਤੋਂ ਅੰਮ੍ਰਿਤ ਮੰਗਿਆ ਤੇ ਉਹ ਕਹਿੰਦੇ ਮਹਾਰਾਜ ਤੁਸੀਂ ਗੁਰੂ ਅਸੀਂ ਸਿੱਖ, ਐਂ ਕਿਵੇਂ ਹੋ ਸਕਦਾ? ਤੇ ਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਨਹੀਂ, ਹੁਣ ਤੁਸੀਂ ਸਿੱਖ ਨਹੀਂ ਰਹੇ, ਤੁਸੀਂ ਗੁਰੂ ਰੂਪ ਹੋ ਗਏ, ਮੇਰਾ ਹੀ ਰੂਪ ਹੋ ਗਏ।
ਜਿਵੇਂ ਤੁਸੀਂ ਮੈਥੋਂ ਅੰਮ੍ਰਿਤ ਲਿਆ ਉਵੇਂ ਤੁਸੀਂ ਮੈਨੂੰ ਵੀ ਦਿਓ। ਤਾਂ ਉਸ ਵੇਲੇ ਫਿਰ ਗੁਰੂ ਪਿਆਰਿਓ ਭਾਈ ਦਇਆ ਸਿੰਘ ਜੀ ਕਹਿੰਦੇ ਅਸੀਂ ਤਾਂ ਫਿਰ ਸਿਰ ਦੇ ਕੇ ਲਿਆ, ਤੁਸੀਂ ਕੀ ਦਿਓਗੇ? ਪਾਤਸ਼ਾਹ ਕਹਿੰਦੇ ਸਾਡਾ ਵੀ ਸਿਰ ਹਾਜ਼ਰ ਆ, ਕੱਟ ਲਓ। ਕਹਿੰਦੇ ਇਹ ਕੀ ਗੱਲ ਹੋਈ ਮਹਾਰਾਜ, ਸਿੱਖ ਵੀ ਇੱਕ ਸਿਰ ਦੇਵੇ ਤੇ ਗੁਰੂ ਵੀ ਇੱਕੋ ਹੀ। ਗੱਲ ਤਾਂ ਸਹਿਜ ਸੁਭਾਅ ਹੋਈ, ਪਰ 10ਵੇਂ ਪਾਤਸ਼ਾਹ ਕਹਿੰਦੇ ਕੋਈ ਗੱਲ ਨਹੀਂ, ਮੈਨੂੰ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾਓ, ਮੈਂ ਸਾਰਾ ਸਰਬੰਸ ਹੀ ਇਸ ਵਿਸ਼ੇ 'ਤੇ ਲਾ ਦਿਆਂਗਾ, ਪੰਥ ਵਾਸਤੇ ਲਾ ਦਿਆਂਗਾ। ਭਾਵ ਉਹਨਾਂ ਨੇ ਆਪਣਾ ਸਾਰਾ ਸਰਬੰਸ ਹੀ ਇਸ ਪੰਥ ਦੀ ਚੜ੍ਹਦੀ ਕਲਾ ਵਾਸਤੇ ਵਾਰਨਾ ਕੀਤਾ। ਇਸ ਕਰਕੇ ਉਸ ਪਰਮੇਸ਼ਰ ਨੂੰ ਕਹਿੰਦੇ ਤੂੰ ਠਾਕਰ ਵੀ ਤੂੰ ਹੈ, ਸੇਵਕ ਵੀ ਤੂੰ ਹੈ। ਜਿਸ ਵੇਲੇ ਲਹਿਣਾ ਜੀ ਦੀ ਅਖੀਰਲੀ ਪ੍ਰੀਖਿਆ ਲਈ ਬਾਬੇ ਨਾਨਕ ਨੇ ਜੰਗਲਾਂ ਵਿੱਚ ਪਹੁੰਚ ਕਰਕੇ, ਤੇ ਜਦੋਂ ਲਹਿਣਾ ਜੀ ਪ੍ਰੀਖਿਆ ਜੋ ਪਾਸ ਹੋਏ ਤੇ ਬਾਬੇ ਨਾਨਕ ਨੇ ਲਹਿਣਾ ਜੀ ਦੇ ਪੈਰਾਂ ਤੇ ਮੱਥਾ ਟੇਕਤਾ। ਜਦ ਮੱਥਾ ਟੇਕਿਆ ਤੇ ਲਹਿਣਾ ਜੀ ਪਿੱਛੇ ਹਟੇ ਤਰਬਕ ਕੇ, ਕਹਿੰਦੇ ਮਹਾਰਾਜ ਇਹ ਕੀ ਕੀਤਾ, ਤੁਸੀਂ ਮੈਨੂੰ ਕਿਉਂ ਮੱਥਾ ਟੇਕਿਆ? ਤੇ ਪਾਤਸ਼ਾਹ ਕਹਿੰਦੇ ਤੂੰ ਰੋਜ਼ ਹੀ ਟੇਕਦਾ ਸੀ, ਮੈਂ ਤਾਂ ਅੱਜ ਹੀ ਟੇਕਿਆ। ਕਹਿਣ ਲੱਗੇ ਮਹਾਰਾਜ ਲਹਿਣਾ ਤਾਂ ਮੱਥਾ ਟੇਕ ਸਕਦਾ ਹੈ, ਨਾਨਕ ਥੋੜ੍ਹਾ ਟੇਕ ਸਕਦਾ ਹੈ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਚੰਗਾ ਫਿਰ ਅੱਜ ਤੋਂ ਮੈਂ ਲਹਿਣਾ ਹੋਇਆ, ਤੂੰ ਨਾਨਕ ਹੋਇਆ। ਕੋਈ ਸਤਨਾਮ ਸੀ, ਤੈਨੂੰ ਮੈਂ ਆਪਣੇ ਅੰਗ 'ਚੋਂ ਪੈਦਾ ਕੀਤਾ, ਤੇਰਾ ਨਾਮ ਅੰਗਦ ਹੈ। ਫਿਰ ਉਹਨਾਂ ਦਾ ਨਾਮ ਅੰਗਦ ਰੱਖਿਆ ਔਰ ਉਹਨਾਂ 'ਤੇ ਸਾਰੀ ਬਖਸ਼ਿਸ਼ ਕਰਕੇ ਆਪਣਾ ਰੂਪ ਕਰ ਦਿੱਤਾ। ਇਸੇ ਤਰ੍ਹਾਂ ਪਰਮੇਸ਼ਰ ਜਿਹੜਾ ਹੈ ਨਾਨਕ ਬਣ ਕੇ ਦੁਨੀਆ ਵਿੱਚ ਆਇਆ, 10 ਜਾਮਿਆਂ ਵਿੱਚ ਵਰਤਿਆ। ਤੇ 10ਵੇਂ ਜਾਮੇ ਵਿੱਚ ਪਰਮੇਸ਼ਰ ਦਾ ਉਹੀ ਨਿਰਗੁਣ ਸਰੂਪ ਸ਼ਬਦ ਫਿਰ ਪ੍ਰਗਟ ਕਰਕੇ ਕਹਿੰਦੇ ਮੇਰਾ ਰੂਪ ਗ੍ਰੰਥ ਜੀ ਜਾਣ, ਇਸ ਮੈਂ ਭੇਦ ਨਾ ਰੰਚ ਕਮਾਨ। ਨਿਰਗੁਣ ਤੋਂ ਸਰਗੁਣ ਹੋਇਆ, ਸਰਗੁਣ ਤੋਂ ਫਿਰ ਨਿਰਗੁਣ ਹੋ ਗਿਆ। ਕੋਈ ਸਤਨਾਮ ਸੀ। ਜਾਂਦੇ ਜਾਂਦੇ ਗੁਰਤਾ ਗੱਦੀ ਦੇ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਹਿੰਦੇ ਅਸਲ ਵਿੱਚ ਤਾਂ ਮੈਂ ਸ਼ਬਦ ਹਾਂ, ਤੁਸੀਂ ਵੀ ਸ਼ਬਦ ਹੋ, ਪਰਮੇਸ਼ਰ ਵੀ ਸ਼ਬਦ ਹੈ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ, ਸ਼ਬਦੇ ਧਰਤੀ ਸ਼ਬਦੇ ਆਕਾਸ਼, ਸ਼ਬਦ ਹੈ ਸ਼ਬਦ ਭਇਆ ਪ੍ਰਕਾਸ਼। ਇਹ ਸਭ ਸ਼ਬਦ ਦਾ ਪਛਾਰਾ ਹੈ, ਪਰਮੇਸ਼ਰ ਸ਼ਬਦ ਹੈ। ਬਾਹੋ ਬਾਹੋ ਬਾਣੀ ਨਿਰੰਕਾਰ ਹੈ ਤੇ ਜੇਵੜ ਅਵਰ ਨ ਕੋਏ। ਇੱਥੇ 5ਵੇਂ ਪ੍ਰੀਤਮ ਪਰਮੇਸ਼ਰ ਨੂੰ ਕਹਿੰਦੇ ਠਾਕਰ ਵੀ ਤੂੰ ਹੈ, ਸੇਵਕ ਵੀ ਤੂੰ ਹੈ। ਤੂੰ ਠਾਕੁਰ ਸੇਵਕ ਫੁਨ ਆਪੇ, ਤੂੰ ਗੁਪਤ ਪ੍ਰਗਟ ਪ੍ਰਭ ਆਪੇ। ਪ੍ਰਗਟ ਦਿਖਾਈ ਦੇਣ ਵਾਲੀ ਦੁਨੀਆ ਵੀ ਤੂੰ ਹੈ, ਇਹਨਾਂ ਵਿੱਚ ਗੁਪਤ ਹੋ ਕੇ ਆਤਮਾ ਬਣ ਕੇ ਬੈਠਾ ਵੀ ਤੂੰ ਹੈ। ਤੂੰ ਗੁਪਤ ਵੀ ਹੈ, ਪ੍ਰਗਟ ਵੀ ਹੈ। ਨਾਨਕ ਦਾ ਸਦਾ ਗੁਣ ਗਾਵੇ, ਇੱਕ ਭੋਰੀ ਨਦਰ ਨਿਹਾਲੀ ਹੈ ਜੀਓ। ਇਹ ਨਾਨਕ 5ਵਾਂ ਨਾਨਕ ਗੁਰੂ ਅਰਜਨ ਦੇਵ ਜੀ ਕਹਿੰਦੇ ਇਹ ਨਾਨਕ ਤੇਰਾ ਸੇਵਕ ਹਮੇਸ਼ਾ ਤੇਰੇ ਗੁਣ ਗਾਉਂਦਾ ਹੈ। ਕਿਰਪਾ ਕਰਕੇ ਭੋਰੀ ਥੋੜੇ ਸਮੇਂ ਲਈ ਕਿਰਪਾ ਦ੍ਰਿਸ਼ਟੀ ਪਾ ਦੇ। ਕਿਰਪਾ ਕਟਾਖਿਆ ਅਵਲੋਕਨ ਕੀਨੋ ਦਾਸ ਕਾ ਦੁੱਖ ਵਧਾਰਿਓ। ਜੇ ਤੂੰ ਥੋੜੀ ਜੀ ਨਿਗਾਹ ਪਾ ਦੇ ਤੇ ਸੇਵਕਾਂ ਦੇ ਦੁੱਖ ਕੱਟ ਦੇਣਾ। ਤੂੰ ਥੋੜੀ ਜੀ ਨਜ਼ਰ ਪਾ ਦੇ ਮੇਰੇ ਤੇ, ਨਾਨਕ ਨਜ਼ਰੀ ਨਜ਼ਰ ਨਿਹਾਲ ਕਰ ਦੇ। ਇੱਕ ਭੋਰੀ ਨਜ਼ਰ ਨਿਹਾਲੀ ਹੈ ਜੀਓ, ਭੋਰਾ ਕੋ ਥੋੜੀ ਜਿਹੀ ਕਿਰਪਾ ਦ੍ਰਿਸ਼ਟੀ ਦੇ ਦੇ। ਇਹ ਨਾਨਕ ਤੇਰੇ ਗੁਣ ਗਾਉਂਦਾ ਹੈ। ਇਉਂ 5ਵੇਂ ਪਾਤਸ਼ਾਹ ਜੀ ਇਸ ਪਵਿੱਤਰ ਸ਼ਬਦ ਰਾਹੀਂ ਪਰਮੇਸ਼ਰ ਦੀ ਮਹਿਮਾ ਵਿਆਖਿਆ ਉਹਦੀ ਜਾਣਕਾਰੀ ਬਖਸ਼ਿਸ਼ ਕਰਦੇ ਹਨ। ਇਹ ਸ਼ਬਦ ਇੱਥੇ ਸੰਪੂਰਨ ਹੋਇਆ। ਅੱਗੇ 103 ਅੰਗ ਉੱਪਰ ਅਗਲਾ ਸ਼ਬਦ ਚੱਲਦਾ ਹੈ ਮਾਝ ਮਹੱਲਾ 5ਵਾਂ। ਸਫਰ ਸੋ ਬਾਣੀ ਜਿਤ ਨਾਮ ਬਖਾਣੀ, ਬਾਣੀ ਭਾਵ ਜੀਵ। ਉਹ ਜੀਵ ਤਾਂ ਸਫਲੀ ਹੈ ਜੇ ਪਰਮੇਸ਼ਰ ਦਾ ਨਾਮ ਗਾਉਂਦੀ ਆ। ਗੁਰ ਪ੍ਰਸਾਦ ਕਿਨੇ ਵਿਰਲੇ ਜਾਣੀ, ਇਸ ਗੱਲ ਨੂੰ ਵਿਰਲਿਆਂ ਨੇ ਸਮਝਿਆ। ਧਨ ਸੋ ਵੇਲਾ ਜਿਤ ਹਰ ਗਾਵਤ ਸੁਣਨਾ, ਉਹ ਸਮਾਂ ਵਧੀਆ ਹੁੰਦਾ ਹੈ ਅੰਮ੍ਰਿਤ ਵੇਲਾ, ਜਦੋਂ ਅਸੀਂ ਹਰੀ ਨੂੰ ਗਾਉਂਦੇ ਹਾਂ ਸੁਣਦੇ ਹਾਂ। ਆਏ ਤੇ ਪਰਵਾਨਾ ਜੀਓ, ਤੇ ਉਹਨਾਂ ਦਾ ਹੀ ਮਨੁੱਖ ਬਣ ਕੇ ਦੁਨੀਆ ਵਿੱਚ ਆਉਣਾ ਸਫਲ ਹੈ। ਨਹੀਂ ਤਾਂ ਫਿਰ ਸਤਿਗੁਰ ਨੇ ਪਸ਼ੂ ਕਿਹਾ ਬੰਦੇ ਨੂੰ ਵੀ। ਜੋ ਕਰਤੂਤਾਂ ਪਸ਼ੂਆਂ ਵਾਲੀਆਂ ਫਿਰ ਪਸ਼ੂ ਹੋਇਆ ਨਾ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਵਿਚਾਰਾ ਕਰੇ ਦਿਨ ਰਾਤ। ਜੇ ਬੰਦੇ ਦੀਆਂ ਲੱਛਣ ਆਦਤਾਂ ਕੁੱਤਿਆਂ ਵਾਲੀਆਂ ਹੋਣ, ਉਹਨੂੰ ਕੀ ਕਹਿੰਦੀ ਹੈ ਦੁਨੀਆ? ਲਾਲਚੀ। ਲਾਲਚੀ ਬੰਦੇ ਨੂੰ ਕੁੱਤਿਆਂ ਵਰਗਾ ਕਹਿੰਦੇ ਆ। ਕੋਈ ਕੁੱਤੇ ਦੀ ਇੱਕ ਆਦਤ ਹੈ, ਇਹ ਜਦੋਂ ਖਾਣ ਪੀਣ ਦੀ ਕੋਈ ਵਸਤੂ ਹੁੰਦੀ ਹੈ ਦੂਜਿਆਂ ਨੂੰ ਫਿਰ ਲੜਦਾ ਵੀ ਤੂੰ ਨੇੜੇ ਨਾ ਹੀ ਪਰੇ ਹੋ ਜਾ।
ਲਾਲਚ ਹੈ ਖਾਣ ਪੀਣ ਦਾ, ਜਿਵੇਂ ਕੁੱਤੇ ਆਪਸ ਵਿੱਚ ਖਾਣ ਪੀਣ ਵੇਲੇ ਲੜਦੇ ਆ ਕਈ ਵਾਰੀ। ਜਿਵੇਂ ਕਹਾਣੀ ਹੈ ਕਿ ਕੁੱਤੇ ਨੂੰ ਰੋਟੀ ਮਿਲੀ ਤੇ ਉਹਨੇ ਸੋਚਿਆ ਚੱਲ ਪਾਣੀ ਕੋਲ ਜਾ ਕੇ ਖਾਂਦੇ ਆ। ਛੱਪੜ ਦੇ ਕਿਨਾਰੇ 'ਤੇ ਪਹੁੰਚਿਆ, ਕੁਦਰਤੀ ਪਰਛਾਵਾਂ ਦਿਸ ਗਿਆ ਆਪਣਾ ਉਹਨੂੰ ਵਿੱਚੋਂ, ਤੇ ਵੇਖਿਆ ਕੁੱਤਾ ਇੱਕ ਹੋਰ ਰੋਟੀ ਦੀ ਖੜਾ ਤੇ ਉਹਨੂੰ ਭੌਂਕਣ ਲੱਗਿਆ, ਮੂੰਹ ਵਾਲੀ ਰੋਟੀ ਵੀ ਡਿੱਗ ਪਈ। ਕਈ ਬੰਦੇ ਲਾਲਚੀ ਬਿਰਤੀ ਦੇ ਹੁੰਦੇ ਆ, ਉਹਨਾਂ ਨੂੰ ਕੁੱਤਿਆਂ ਦੀ ਡੈਫੀਨੇਸ਼ਨ ਦਿੱਤੀ ਜਾਂਦੀ ਆ। ਕੋਈ ਫਲਾਨਾ ਅਫਸਰ ਤਾਂ ਕੁੱਤਿਆਂ ਵਰਗਾ, ਗੱਲ ਗੱਲ ਤੇ ਪੈਸੇ ਮੰਗਦਾ, ਕੋਈ ਸਤਨਾਮ। ਤੋ ਇਸ ਕਰਕੇ ਦੁਨੀਆ ਵਿੱਚ ਆਉਣਾ ਕਿਹਨਾਂ ਦਾ ਸਫਲ ਹੈ? ਜਿਨ੍ਹਾਂ ਨੇ ਬੰਦੇ ਬਣ ਕੇ ਜੀਵਨ ਬਤੀਤ ਕੀਤਾ, ਪਸ਼ੂ ਬਣ ਕੇ ਨਹੀਂ। ਪਸ਼ੂ ਤਾਂ ਹੈਗੇ ਹੀ ਆ 84 ਲੱਖ ਜੂਨਾਂ ਵਿੱਚ, ਉਹਨਾਂ ਨੂੰ ਕੋਈ ਨਹੀਂ ਝਿੜਕਦਾ। ਕਦੇ ਕਿਸੇ ਕੁੱਤੇ ਨੂੰ ਨਹੀਂ ਕਹਿਣਾ ਪੈਂਦਾ ਵੀ ਤੂੰ ਕੁੱਤਾ ਬਣ, ਕਦੇ ਮੱਝ ਨੂੰ ਨਹੀਂ ਕਹਿਣਾ ਪੈਂਦਾ ਮੱਝ ਬਣ, ਬੰਦੇ ਨੂੰ ਕਹਿਣਾ ਪੈਂਦਾ ਬੰਦਾ ਬਣ, ਕਿਉਂਕਿ ਬੰਦਾ ਬੰਦਾ ਨਹੀਂ ਰਿਹਾਗਾ। ਬੰਦਾ ਹੋਏ ਸੋ ਬੰਦਗੀ ਗਾਹੈ, ਬੰਦ ਹੋਏ ਬੰਦ ਸੁਧ ਲਹੈ। ਬੰਦੇ ਨੂੰ ਹੀ ਮਹਾਂਪੁਰਸ਼ਾਂ ਨੇ, ਰੱਬ ਦੇ ਪਿਆਰਿਆਂ ਨੇ ਸਮਝਾਉਣਾ ਕੀਤਾ। ਬੰਦੇ ਦੇ ਵਾਸਤੇ ਹੀ ਸਾਧੂ ਦੁਨੀਆ ਵਿੱਚ ਆਉਂਦੇ ਆ, ਸਿੱਧਾ ਰਸਤਾ ਪਾਉਣ ਵਾਸਤੇ, ਕਿਉਂਕਿ ਬੰਦਾ ਇੱਥੇ ਆ ਕੇ ਭੁੱਲ ਗਿਆ। ਸੀਤਾ ਇਹ ਰਾਜਾ ਪਰਮੇਸ਼ਰ ਦਾ ਪੁੱਤਰ ਸੀ, ਰਾਜੇ ਦਾ ਪੁੱਤਰ ਸੀ, ਪਰ ਇੱਥੇ ਆ ਕੇ ਆਪਣੇ ਪਿਤਾ ਰਾਜੇ ਨੂੰ ਭੁੱਲ ਕਰਕੇ ਨੌਕਰਾਂ ਦੇ, ਦੇਵੀ ਦੇਵਤਿਆਂ ਦੇ, ਮੜੀਆਂ ਮਸਾਣੀਆਂ ਦੇ ਪੈਰਾਂ 'ਚ ਪੈਣ ਲੱਗ ਪਿਆ, ਕਬਰਾਂ ਪੂਜਣ ਲੱਗ ਪਿਆ। ਭਾਵ ਰਾਜੇ ਦਾ ਪੁੱਤਰ ਨੌਕਰਾਂ ਦੇ ਪੈਰੀ ਪੈਂਦਾ ਫਿਰਦਾ। ਕੋਈ ਸਤਨਾਮ ਸੀ। ਸਾਧ ਪਠਾਏ ਆਪ ਹਰ ਹਮ ਤੁਮ ਤੇ ਨਾਹੀ ਦੂਰ। ਪਰਮੇਸ਼ਰ ਨੇ ਮਗਰੇ ਫਿਰ ਆਪਣੇ ਪਿਆਰੇ ਭੇਜੇ, ਜਾਓ ਸਮਝਾਓ ਇਹਨਾਂ ਨੂੰ, ਕੀ ਕਰਦਾ ਫਿਰਦਾ ਹੈ ਮੇਰਾ ਪੁੱਤਰ ਹੋ ਕੇ ਮੜੀਆਂ ਮਸਾਣੀਆਂ ਪੂਜੀ ਜਾਂਦਾ। ਇਹਨੂੰ ਕਹੋ ਕਿ ਮੈਂ ਤੇਰੇ ਨਾਲ ਹੀ ਰਹਿਣਾ, ਤੂੰ ਆਪਣੇ ਅੰਦਰ ਝਾਤੀ ਮਾਰ, ਭਲਿਆ ਮਾਨਸਾ ਤੂੰ ਆਪਣੇ ਆਪੇ ਦੀ ਖੋਜ ਕਰ, ਤੇਰਾ ਪਿਓ ਤੇਰੇ ਨਾਲ ਹੀ ਆ। ਤੇ ਜਿਹਦਾ ਪਿਓ ਜਿਹਦੇ ਨਾਲ ਹੋਵੇ, ਦੁਨੀਆ ਦਾ ਤਾਕਤਵਰ ਕੋਈ ਨਹੀਂ ਉਹਦੇ ਵਰਗਾ, ਤੇ ਜਿਹਦੇ ਸਿਰ ਤੇ ਪਿਓ ਦਾ ਹੱਥ ਨਾ ਹੋਵੇ ਤੇ ਉਹਦੇ ਵਰਗਾ ਫਿਰ ਕਮਜ਼ੋਰ ਕੋਈ ਨਹੀਂ। ਕੋਈ ਸਤਨਾਮ ਸੀ। ਜਿਹਦੇ ਸਿਰ ਤੇ ਬਾਪ ਦਾ ਹੱਥ ਹੈ ਉਹ ਬੱਚਾ ਬਾਪ ਕਰਕੇ ਤਾਕਤਵਰ ਹੈ। ਜਿਹੜੇ ਸਿੱਖ ਦੇ ਸਿਰ ਤੇ ਪਰਮੇਸ਼ਰ ਦਾ ਹੱਥ ਹੈ, ਗੁਰੂ ਦਾ ਹੱਥ ਹੈ, ਉਹ ਮਨੁੱਖ ਤਕੜਾ ਹੈ। ਤੇ ਜਿਹਦੇ ਸਿਰ ਤੇ ਗੁਰੂ ਦਾ ਹੱਥ ਨਹੀਂ, ਪਰਮੇਸ਼ਰ ਦਾ ਹੱਥ ਨਹੀਂ, ਉਹ ਬੰਦਾ ਕਮਜ਼ੋਰ ਹੈ। ਗੁਰੂ ਕਿਰਪਾ ਕਰਨ। ਖੈਰ ਨਾਨਕ ਦਾਸ ਸਦਾ ਗੁਣ ਗਾਵੇ, ਇਹ ਨਾਨਕ ਸੇਵਕ ਤੇਰੇ ਗੁਣ ਗਾਉਂਦਾ ਹੈ। ਇੱਕ ਭੋਰੀ ਨਜ਼ਰ ਨਿਹਾਲੀ ਹੈ ਜੀਓ, ਕਦੇ ਕਿਰਪਾ ਦ੍ਰਿਸ਼ਟੀ ਕਰਕੇ ਮੇਰੇ ਵੱਲ ਦੇਖ। ਅਗਲੇ ਸ਼ਬਦ ਦੇ ਵਿਚਾਰ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਹੁਣ ਇੱਥੇ ਰੋਕਣ ਦੀ ਆਗਿਆ ਬਖਸ਼ੋ। ਬੋਲਦਿਆਂ ਨੇਕਾਂ ਅੱਖਰ ਬਾਅਦ ਘਾਟ ਹੋ ਜਾਂਦੇ, ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਬੁਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।